हाँ जी विद्यार्थियों, हुण 6 मई ਨੂੰ 10वीं क्लास वालियां ਦਾ ਪੰਜਾਬੀ B ਦਾ पेपर है टर्म 2 ਦਾ। ਤਾਂ ਇਸ ਵੀਡੀਓ ਦੇ ਵਿੱਚ ਇੰਪੋਰਟੈਂਟ ਕੁਐਸਚਨ ਆਨਸਰ ਦੇਖਾਂਗੇ। ਤਾਂ ਸ਼ੁਰੂ ਕਰਦੇ ਹਾਂ पेपर। ਦੋਸਤੋ ਦੇਖ ਸਕਦੇ ਹੋ ਕਿ 35 ਨੰਬਰ ਦਾ ਤੁਹਾਡਾ ਇਹ पेपर ਆਊਗਾ ਤੇ 3 ਘੰਟੇ ਤੁਹਾਨੂੰ ਮਿਲਣਗੇ। ਤਾਂ ਦੇਖ ਸਕਦੇ ਹੋ ਕਿ ਪਹਿਲਾ ਪ੍ਰਸ਼ਨ ਕੀ ਹੈ। ਇਹ ਪ੍ਰਸ਼ਨ ਸੁੰਦਰ ਲਿਖਾਈ ਦੇ ਅੰਕ ਲਈ ਰਾਖਵਾ ਹੋਵੇਗਾ, ਯਾਨੀ ਕਿ ਅਗਰ ਤੁਹਾਡੀ ਸੁੰਦਰ ਲਿਖਾਈ ਹੋਵੇਗੀ ਤਾਂ ਤੁਹਾਨੂੰ 2 ਨੰਬਰ ਐਵੇਂ ਹੀ ਮਿਲ ਜਾਣਗੇ। ਤੇ ਪ੍ਰਸ਼ਨ ਦੂਸਰਾ ਵਸਤੂਨਿष्ठ ਪ੍ਰਸ਼ਨ ਹਨ, 1-2 ਸ਼ਬਦਾਂ ਵਿੱਚ ਉੱਤਰ ਦਿਓ। ਤਾਂ ਦੇਖੋ ਪਹਿਲਾ ਪ੍ਰਸ਼ਨ ਕੀ ਹੈ, ਪੰਜਾਬੀ ਵਿੱਚ ਕਿੰਨੀਆਂ ਸਵਰ ਧੁਨੀਆਂ ਹਨ। ਤਾਂ ਇਹਦਾ ਜਿਹੜਾ ਆਨਸਰ ਹੈ ਕੀ ਆ ਜਾਊਗਾ, ਤਾਂ ਪੰਜਾਬੀ ਦੇ ਵਿੱਚ ਦੋਸਤੋ ਕਿੰਨੀਆਂ ਹਨ, 10 ਸਵਰ ਧੁਨੀਆਂ ਹਨ। ਤੇ ਦੂਸਰਾ ਪ੍ਰਸ਼ਨ, ਗੁਰਮੁਖੀ ਲਿਪੀ ਵਿੱਚ ਕਿੰਨੀਆਂ ਲਗਾ ਮਾਤਰਾਵਾਂ ਹਨ। ਤਾਂ 10 ਲਗਾ ਮਾਤਰਾਵਾਂ ਹਨ ਗੁਰਮੁਖੀ ਲਿਪੀ ਦੇ ਵਿੱਚ। ਹੁਣ ਸਹੀ ਗਲਤ ਦੀ ਚੋਣ ਕਰੋ। ਹਮਦਰਦੀ ਵਸਤੂਵਾਚਕ ਨਾਮ ਹੈ, ਕੀ ਇਹ ਕਥਨ ਸਹੀ ਹੈ। ਤਾਂ ਇਹ ਜਿਹੜਾ ਗਲਤ ਕਥਨ ਹੈ, ਯਾਨੀ ਕਿ ਹਮਦਰਦੀ ਵਸਤੂਵਾਚਕ ਨਾਮ ਨਹੀਂ ਹੈ। ਹੇਠ ਲਿਖੇ ਵਾਕਾਂ ਦੀ ਬ੍ਰੈਕਟਾਂ ਵਿੱਚ ਦਿੱਤੇ ਗਏ ਸਹੀ ਸ਼ਬਦ ਨਾਲ ਖਾਲੀ ਥਾਂ ਭਰੋ। ਤਾਂ ਦੇਖੋ ਸਭ ਤੋਂ ਪਹਿਲਾਂ ਇਹ ਜਿਹੜਾ ਚੌਥਾ ਪ੍ਰਸ਼ਨ ਹੈ, ਤਾਂ ਦੇਖ ਸਕਦੇ ਹੋ ਆੜਾ ਆ ਏ ਈ ਅਤੇ, ਤਾਂ ਇੱਥੇ ਕੀ ਆਊਗਾ ਦੋਸਤੋ, ਊੜਾ। ਠੀਕ ਹੈ, ਊੜਾ ਇੱਥੇ ਆ ਜਾਊਗਾ, ਪੰਜਾਬੀ ਦੇ ਸਵਰ ਹਨ। ਤੇ ਅਗਲਾ ਕੁਐਸਚਨ ਪੰਜਵਾਂ, ਤਾਂ ਦੇਖ ਸਕਦੇ ਹੋ ਉਜਾਲਾ ਦਾ ਸਮਾਨ ਅਰਥਕ ਸ਼ਬਦ ਕੀ ਹੈ। ਉਜਾਲਾ ਮਤਲਬ ਚਾਨਣ। ਠੀਕ ਹੈ ਜੀ, ਉਹਦੇ ਸਮਾਨ ਅਰਥਕ ਸ਼ਬਦ ਹੈ ਇਹ। ਤੇ ਹੁਣ ਪ੍ਰਸ਼ਨ ਤੀਸਰਾ, ਪ੍ਰਸ਼ਨ ਤੀਸਰੇ ਦੇ ਵਿੱਚ ਦੇਖ ਲਓ ਕੀ ਹੈ ਕਿ ਹੇਠ ਲਿਖੇ ਵਿੱਚੋਂ ਕਿਸੇ ਇੱਕ ਵਿਸ਼ੇ ਤੇ ਲਗਭਗ 150 ਸ਼ਬਦਾਂ ਦਾ ਲੇਖ ਲਿਖੋ। ਠੀਕ ਹੈ ਜੀ, ਤਾਂ ਦੇਖ ਸਕਦੇ ਹੋ ਕਿ ਤੁਹਾਨੂੰ ਇਹ 6 ਅੰਕ ਦਾ ਤੁਹਾਡਾ ਇਹ ਆਏਗਾ। ਵਿਦਿਆਰਥੀ ਤੇ ਅਨੁਸ਼ਾਸਨ, ਪ੍ਰਦੂਸ਼ਣ ਦੀ ਸਮੱਸਿਆ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਤਾਂ ਦੋਸਤੋ ਜ਼ਰੂਰੀ ਨਹੀਂ ਕਿ ਇਹੀ ਤੇ ਨਾਵੇ, ਹੋ ਸਕਦਾ ਕੋਈ ਔਰ ਵੀ ਤੁਹਾਨੂੰ ਆ ਸਕਦਾ। ਠੀਕ ਹੈ ਜੀ, ਕਿਉਂਕਿ ਇਹ ਸੈਂਪਲ ਪੇਪਰ ਹੈ ਇਸ ਲਈ। ਤੇ ਇਹਦੇ ਵਿੱਚ ਦੇਖ ਲਓ ਸਭ ਤੋਂ ਪਹਿਲਾਂ ਇਹਨਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਐਕਸਪਲੇਨ ਕੀਤਾ ਵਾ ਇੱਥੇ ਜਿਹੜਾ ਲੇਖ ਹੈ। ਤਾਂ ਦੇਖ ਸਕਦੇ ਹੋ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪੰਜਾਬ ਦੇ ਇਤਿਹਾਸ ਵਿੱਚ ਉੱਚਾ ਸਥਾਨ ਪ੍ਰਾਪਤ ਹੈ। ਆਪ ਸਿੱਖਾਂ ਦੇ 10ਵੇਂ ਅਤੇ ਅੰਤਿਮ ਗੁਰੂ ਹੋਏ ਹਨ। ਆਪ ਦਾ ਜਨਮ 22 ਦਸੰਬਰ 1666 ਈਸਵੀ ਨੂੰ ਪਟਨਾ ਵਿਖੇ ਪਿਤਾ ਗੁਰੂ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਜੀ ਦੇ ਕੁੱਖੋਂ ਹੋਇਆ। ਬਚਪਨ ਵਿੱਚ ਆਪ ਬਾਲਕਾਂ ਦੀਆਂ ਫੌਜਾਂ ਬਣਾ ਕੇ ਇੱਕ ਦੂਸਰੇ ਦੇ ਵਿਰੁੱਧ ਨਕਲੀ ਲੜਾਈਆਂ ਕਰਦੇ ਸਨ। ਕੋਈ ਕੀ ਜਾਣਦਾ ਸੀ ਕਿ ਇਹ ਬਾਲਕ ਵੱਡਾ ਹੋ ਕੇ ਜ਼ੁਲਮ ਦਾ ਨਾਸ਼ ਕਰਨ ਲਈ ਹਕੂਮਤ ਨਾਲ ਹਥਿਆਰਬੰਦ ਜਿਹੜਾ ਟੱਕਰ ਲਵੇਗਾ। 1672 ਈਸਵੀ ਵਿੱਚ ਆਪ ਦੇ ਪਿਤਾ ਜੀ ਨੇ ਪਟਨੇ ਨੂੰ ਛੱਡ ਕੇ ਅਨੰਦਪੁਰ ਆ ਗਏ। ਇੱਥੇ ਆਪ ਦੇ ਪਿਤਾ ਜੀ ਨੂੰ ਆਪ ਨੂੰ ਸ਼ਸਤਰ ਵਿਦਿਆ ਦੇ ਨਾਲ-ਨਾਲ ਧਾਰਮਿਕ ਵਿਦਿਆ ਵੀ ਦਿੱਤੀ। ਔਰੰਗਜ਼ੇਬ ਨੇ ਹਿੰਦੂ ਧਰਮ ਨੂੰ ਖਤਮ ਕਰਨ ਲਈ ਅੱਤ ਚੁੱਕੀ ਹੋਈ ਸੀ। ਕਸ਼ਮੀਰੀ ਪੰਡਤ ਦੁਖੀ ਹੋ ਕੇ ਤੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਸਹਾਇਤਾ ਲਈ ਆਏ। ਉਸ ਸਮੇਂ ਆਪ ਕੇਵਲ 9 ਸਾਲ ਦੇ ਸਨ। ਆਪ ਨੇ ਆਪਣੇ ਪਿਤਾ ਨੂੰ ਔਰੰਗਜ਼ੇਬ ਦੇ ਜ਼ੁਲਮਾਂ ਦੇ ਵਿਰੁੱਧ ਕੁਰਬਾਨੀ ਦੇਣ ਲਈ ਭੇਜ ਦਿੱਤਾ। ਪਿਤਾ ਦੀ ਸ਼ਹੀਦੀ ਪਿੱਛੋਂ ਆਪ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ 10ਵੇਂ ਵਾਰਿਸ ਬਣੇ। ਆਪ ਨੇ ਜ਼ਾਲਮ ਮੁਗਲ ਰਾਜ ਨੂੰ ਖਤਮ ਕਰਨ ਲਈ ਸਿੱਖ ਕੌਮ ਨੂੰ ਇੱਕ ਮੁੱਠ ਕੀਤਾ ਤੇ ਸ਼ਸਤਰ ਵਿਦਿਆ ਦੇਣੀ ਸ਼ੁਰੂ ਕੀਤੀ। ਆਪ ਨੇ ਆਪਣੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਉਹ ਉਹਨਾਂ ਦੇ ਦਰਸ਼ਨਾਂ ਲਈ ਆਉਂਦੇ ਸਮੇਂ ਉਹਨਾਂ ਲਈ ਘੋੜੇ ਤੇ ਹਥਿਆਰ ਲਿਆਉਣ। ਗੁਰੂ ਜੀ ਦੀਆਂ ਸੈਨਿਕਾਂ ਤਿਆਰੀਆਂ ਨੂੰ ਪਹਾੜੀ ਰਾਜੇ ਬਰਦਾਸ਼ਤ ਨਾ ਕਰ ਸਕੇ। ਬਿਲਾਸਪੁਰ ਦੇ ਰਾਜੇ ਭੀਮਚੰਦ ਤੇ ਸ਼੍ਰੀਨਗਰ ਦੇ ਰਾਜੇ ਫਤਿਹ, ਅੱਗੇ ਕੀ ਲਿਖਿਆ ਹੈ ਦੇਖ ਸਕਦੇ ਹੋ ਕਿ ਫਤਿਹ ਸ਼ਾਹ ਨੇ ਕੁਝ ਰਾਜਿਆਂ ਨੂੰ ਇਕੱਠੇ ਕਰਕੇ ਆਪ ਉੱਤੇ ਜਿਹੜੀ ਹੈਗੀ ਹੈ ਚੜ੍ਹਾਈ ਕਰ ਦਿੱਤੀ। ਤੇ ਭੰਗਾਣੀ ਦੇ ਸਥਾਨ ਤੇ 1686 ਈਸਵੀ ਵਿੱਚ ਯੁੱਧ ਹੋਇਆ ਤਾਂ ਰਾਜਿਆਂ ਨੇ ਮੂੰਹ ਦੀ ਖਾਣੀ ਪਈ। ਇਸ ਪਿੱਛੋਂ ਆਪ ਨੇ ਕਈ ਕਿਲੇ ਬਣਾਏ। 1699 ਈਸਵੀ ਨੂੰ ਵਿਸਾਖੀ ਵਾਲੇ ਦਿਨ ਆਪ ਨੇ ਅਨੰਦਪੁਰ ਵਿੱਚ ਇੱਕ ਭਾਰੀ ਇਕੱਠ ਕੀਤਾ। ਆਪ ਨੇ ਇਸ ਭਰੇ ਦੀਵਾਨ ਵਿੱਚ 5 ਸਿਰਾਂ ਦੀ ਮੰਗ ਕੀਤੀ। ਪੰਜਾਂ ਸਿੱਖਾਂ ਨੇ ਗੁਰੂ ਜੀ ਦੀ ਮੰਗ ਵਾਰੋ-ਵਾਰੀ ਪੂਰੀ ਕੀਤੀ। ਗੁਰੂ ਜੀ ਨੇ ਉਹਨਾਂ ਨੂੰ ਅੰਮ੍ਰਿਤ ਛਕਾਇਆ ਅਤੇ 5 ਪਿਆਰਿਆਂ ਦੀ ਪਦਵੀ ਦਿੱਤੀ। ਬਾਅਦ ਵਿੱਚ ਆਪ ਨੇ ਉਹਨਾਂ ਤੋਂ ਅੰਮ੍ਰਿਤ ਛਕਾਇਆ। ਠੀਕ ਹੈ ਜੀ, ਉਹਨਾਂ ਤੋਂ ਆਪ ਅੰਮ੍ਰਿਤ ਛਕਿਆ ਉਹਨਾਂ ਨੇ, ਗੁਰੂ ਗੋਬਿੰਦ ਸਿੰਘ ਜੀ ਨੇ। ਤੇ इस तरह फिर आपने खालसा पंथ की नींव रखी। आपने कहा 1.25 लाख से एक लड़ाऊं तबे गोबिंद सिंह नाम कहाऊं। गुरु जी नूं मुगल हाकमां विरुद्ध आनंदपुर, चमकौर ते खिदराना विखे युद्ध करने पए। आप इन्हां लड़ाइयां विच आप नूं आनंदपुर छड्डना पिया। आप अपने परिवार नालों विछड़ गए। आप दे 2 छोटे साहिबजादियां नूं सरहंद दे नवाब ने नीहां विच चिणवा दिता। आप दे 2 वड्डे साहिबजादे चमकौर दी जिहड़ी जंग विच शहीद हो गए सन। ठीक है जी, ਤੇ ਮਾਤਾ ਗੁਜਰੀ ਨੇ ਸਰਹੰਦ ਕਿਲੇ ਵਿੱਚ ਹੀ ਜਾਨ ਦੇ ਦਿੱਤੀ। ਇੰਨਾ ਕੁਝ ਹੋਣ ਤੇ ਵੀ ਆਪਨੇ ਹੌਸਲਾ ਨਾ ਹਾਰਿਆ। ਆਪ ਸਾਰੀ ਸਿੱਖ ਕੌਮ ਨੂੰ ਆਪਣਾ ਪਰਿਵਾਰ ਸਮਝਦੇ ਸਨ। ਆਪ ਮਾਛੀਵਾੜੇ ਦੇ ਜੰਗਲਾਂ ਵਿੱਚ ਹੁੰਦੇ ਹੋਏ ਤਲਵੰਡੀ ਸਾਬੋ ਪਹੁੰਚੇ। ਇੱਥੇ ਹੀ ਆਪ ਨੇ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਕੀਤਾ ਤੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਇਸ ਵਿੱਚ ਦਰਜ ਕੀਤੀ। ਫਿਰ ਆਪ ਨੇ ਦਿਨਾ ਕਾਂਗੜ ਨਾਂ ਦੇ ਸਥਾਨ ਤੇ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ। ਅੰਤ ਗੁਰੂ ਜੀ ਨੰਦੇੜ ਪਹੁੰਚੇ। ਇੱਥੇ ਆਪ ਨੇ ਮਾਧੋ ਦਾਸ ਜਿਹੜੇ ਹੈਗੇ ਬੈਰਾਗੀ ਨੂੰ ਸਿੱਧੇ ਰਸਤੇ ਪਾਇਆ। ਆਪ ਨੇ ਉਸ ਨੂੰ ਸਿੰਘ ਸਜਾ ਕੇ ਉਸ ਦਾ ਨਾਮ ਬੰਦਾ ਬਹਾਦਰ
ਰੱਖਿਆ ਤੇ ਜ਼ੁਲਮ ਮੁਗਲ ਰਾਜ ਦਾ ਟਾਕਰਾ ਕਰਨ ਲਈ ਪੰਜਾਬ ਵੱਲ ਭੇਜਿਆ। ਸਨ 1707 ਈਸਵੀ ਨੂੰ ਇੱਕ ਮੁਸਲਮਾਨ ਨੇ ਆਪ ਦੇ ਢਿੱਡ ਵਿੱਚ ਛੁਰਾ ਮਾਰ ਕੇ ਆਪ ਨੂੰ ਜ਼ਖਮੀ ਕਰ ਦਿੱਤਾ। ਅੰਤ ਆਪ 7 ਅਕਤੂਬਰ 1708 ਈਸਵੀ ਨੂੰ ਜੋਤੀ ਜੋਤ ਸਮਾ ਗਏ। ਆਪ ਦੁਆਰਾ ਦੇਸ਼ ਦੇ ਕੌਮ ਲਈ ਕੀਤੀ ਕੁਰਬਾਨੀ ਭਾਰਤ ਦੇ ਇਤਿਹਾਸ ਵਿੱਚ ਸਦਾ ਅਮਰ ਰਹੇਗੀ। ਤਾਂ ਦੋਸਤੋ ਇਹ ਤੁਹਾਡਾ ਲੇਖ ਹੋ ਗਿਆ। ਤੇ ਅੱਗੇ ਹੁਣ ਦੇਖ ਲਓ ਪ੍ਰਸ਼ਨ ਚੌਥਾ ਹੈ। ਤਾਂ ਦੇਖੋ ਕਿ ਇਹਦੇ ਵਿੱਚ ਤੁਹਾਡਾ ਸਾਈਕਲ ਚੋਰੀ ਹੋ ਗਿਆ ਹੈ। ਸਾਈਕਲ ਬਾਰੇ ਵੇਰਵਾ ਦਿੰਦੇ ਹੋਏ ਨੇੜੇ ਦੇ ਥਾਣੇ 'ਚ ਰਿਪੋਰਟ ਦਰਜ ਕਰਵਾਉਣ ਲਈ ਬਿਨੈ ਪੱਤਰ ਲਿਖੋ, ਜਾਂ ਫਿਰ ਇਹਦੇ ਨਾਲ ਹੈ ਆਪਣੇ ਸ਼ਹਿਰ 'ਚ ਮਿਊਨਿਸਪਲ ਕਮੇਟੀ ਦੇ ਪ੍ਰਧਾਨ ਨੂੰ ਇੱਕ ਪੱਤਰ ਰਾਹੀਂ ਆਪਣੇ ਬਾੜ ਦੀਆਂ ਜਿਹੜੀਆਂ ਹੈ ਕਿ ਗਲੀਆਂ ਤੇ ਨਾਲੀਆਂ ਦੀ ਭੈੜੀ ਹਾਲਤ ਕਾਰਨ ਲੋਕਾਂ ਦੀਆਂ ਤਕਲੀਫਾਂ ਦੱਸਦੇ ਹੋਏ ਉਹਨਾਂ ਦੇ ਢੁਕਵੇਂ ਹੱਲ ਲਈ ਬੇਨਤੀ ਪੱਤਰ ਲਿਖੋ। ਤਾਂ ਦੇਖੋ ਦੋਸਤੋ ਉੱਤਰ ਕੀ ਆ ਜਾਏਗਾ ਇਹਦਾ। ਸਭ ਤੋਂ ਪਹਿਲਾਂ ਆ ਦੇਖ ਸਕਦੇ ਹੋ ਐਡਰੈਸ ਪਾਇਆ ਉਹਨਾਂ ਨੇ 64 ਬੜਾ ਬਾਜ਼ਾਰ ਬਸਤੀ ਸੇਖ ਜਲੰਧਰ ਤੇ 12 ਸਤੰਬਰ 2022 ਜੋ ਮਰਜੀ ਇੱਥੇ ਲਿਖ ਲਿਓ। ਡੇਟ ਜੋ ਜਿਸ ਦਿਨ ਤੁਸੀਂ ਪੇਪਰ ਦੇਣ ਜਾਓਗੇ ਜੋ ਡੇਟ ਹੋਊਗੀ ਉੱਥੇ ਆਹੀ ਲਿਖਿਓ। ਤੇ ਸੇਵਾ ਵਿਖੇ ਪ੍ਰਧਾਨ ਸਾਹਿਬ ਨਗਰ ਪਾਲਿਕਾ ਜਲੰਧਰ। ਵਿਸ਼ਾ ਕੀ ਹੈ? ਮੁਹੱਲੇ ਵਿੱਚ ਗਲੀਆਂ ਤੇ ਨਾਲੀਆਂ ਦੀ ਮੁਰੰਮਤ। ਤੇ ਸ਼੍ਰੀਮਾਨ ਜੀ ਬੇਨਤੀ ਹੈ ਕਿ ਬਸਤੀ ਸੇਖ ਦੇ ਬੜਾ ਬਾਜ਼ਾਰ ਇਲਾਕੇ ਵਿੱਚ ਗਲੀਆਂ ਤੇ ਨਾਲੀਆਂ ਦੀ ਹਾਲਤ ਬਹੁਤ ਹੀ ਜਿਹੜੀ ਹੈਗੀ ਖਰਾਬ ਹੈ, ਬੜੀ ਖਰਾਬ ਹੈ। ਗਲੀਆਂ ਵਿੱਚ ਥਾਂ ਟੋਏ ਪਏ ਹੋਏ ਹਨ, ਉਹਨਾਂ ਵਿੱਚ ਕਿਤੇ ਜਿਹੜੇ ਪੱਥਰ ਬੱਟੇ ਪਏ ਹਨ ਤੇ ਕਿਤੇ ਗੰਦਮੰਦ ਦਾ ਢੇਰ। ਨਾਲਿਆਂ ਦੀ ਤੇ ਅੱਗੇ ਕੀ ਲਿਖਿਆ ਇਹਨਾਂ ਨੇ, ਨਾਲਿਆਂ ਦੀ ਬੁਰੀ ਹਾਲਤ ਕਾਰਨ ਪਾਣੀ ਦੇ ਨਿਕਾਸ ਦਾ ਕੋਈ ਪ੍ਰਬੰਧ ਨਹੀਂ ਹੈ, ਜਿਸ ਕਰਕੇ ਗਲੀਆਂ ਵਿੱਚ ਥਾਂ ਪਾਣੀ ਦੀਆਂ ਜਿਹੜੀਆਂ ਹੈਗੀਆਂ ਨੇ ਛੱਪੜੀਆਂ ਭਰੀਆਂ ਹੁੰਦੀਆਂ ਹਨ ਅਤੇ ਉੱਥੇ ਹੀ ਸਾਈਕਲ ਸਕੂਟਰ ਜਾਂ ਮੋਟਰਸਾਈਕਲ ਲੈ ਕੇ ਲੰਘਣਾ ਤਾਂ ਇੱਕ ਪਾਸੇ ਰਿਹਾ, ਬੰਦਾ ਪੈਦਲ ਵੀ ਨਹੀਂ ਲੰਘ ਸਕਦਾ। ਇਸ ਕਰਕੇ ਮੁਹੱਲੇ ਵਾਲਿਆਂ ਨੂੰ ਬਹੁਤ ਤਕਲੀਫ ਹੈ। ਇੱਥੇ ਫੈਲੇ ਗੰਦਗੀ ਕਾਰਨ ਕਿਸੇ ਬਿਮਾਰੀ ਦੇ ਫੈਲਣ ਦਾ ਖਤਰਾ ਵੀ ਹੈ। ਉਪਰੋਕਤ ਵੇਰਵੇ ਦੀ ਰੋਸ਼ਨੀ ਵਿੱਚ ਆਪ ਨੂੰ ਬੇਨਤੀ ਹੈ ਕਿ ਆਪ ਸਾਡੇ ਮੁਹੱਲੇ ਦੀਆਂ ਗਲੀਆਂ ਤੇ ਨਾਲੀਆਂ ਦੀ ਜਲਦੀ ਤੋਂ ਜਲਦ ਮੁਰੰਮਤ ਕਰਾਉਣ ਦਾ ਪ੍ਰਬੰਧ ਕਰੋ ਤਾਂ ਜੋ ਲੋਕਾਂ ਦੀਆਂ ਮੁਸ਼ਕਲਾਂ ਦੂਰ ਹੋ ਸਕਣ। ਆਪ ਦਾ ਵਿਸ਼ਵਾਸ ਪਾਤਰ ਸੁਰਿੰਦਰ ਪਾਲ। ਤੇ ਅੱਗੇ ਹੈ ਤੁਹਾਡਾ ਪ੍ਰਸ਼ਨ ਪੰਜਵਾਂ, ਹੇਠ ਲਿਖੇ ਪੈਰੇ ਦਾ ਟੁਕਵਾ ਸਿਰਲੇਖ ਦਿਓ ਅਤੇ ਇਸ ਪੈਰੇ ਦੀ ਸੰਖੇਪ ਰਚਨਾ ਵੀ ਕਰੋ। ਤਾਂ ਦੋਸਤੋ ਸਭ ਤੋਂ ਪਹਿਲਾਂ ਤੁਸੀਂ ਇਸ ਨੂੰ ਰੀਡ ਕਰ ਲੈਣਾ ਵਾ। ਜਿਵੇਂ ਕਿ ਵਿਦਿਆ ਪੜਨ ਨਾਲ ਮਨ ਪ੍ਰਸੰਨ ਹੁੰਦਾ ਹੈ, ਗੱਲਬਾਤ ਵਿੱਚ ਸਲੀਕਾ ਹੁੰਦਾ ਹੈ ਅਤੇ ਲਿਆਕਤ ਵੀ ਵੱਧਦੀ ਹੈ। ਵਿਹਲੇ ਸਮੇਂ ਵਿੱਚ ਪੜਨ ਦਾ ਮੁੱਖ ਉਪਯੋਗ ਉਸ ਦੁਆਰਾ ਆਨੰਦ ਪ੍ਰਾਪਤ ਕਰਨ ਵਿੱਚ ਹੁੰਦਾ ਹੈ। ਵਿਦਿਆ ਪੜਨ ਨਾਲ ਮਨੁੱਖ ਦੇ ਸੁਭਾਵਿਕ ਗੁਣ ਹੋਰ ਵਿਕਸਿਤ ਹੁੰਦੇ ਹਨ ਅਤੇ ਅਨੁਭਵ ਨਾਲ ਖੁਦ ਵਿਦਿਆ ਦਾ ਅਭਿਆਸ ਪੂਰਨਤਾ ਨੂੰ ਪਹੁੰਚਦਾ ਹੈ। ਮਨੁੱਖ ਦੀ ਸੁਭਾਵਿਕ ਬੁੱਧ ਅਤੇ ਆਪਣੇ ਆਪ ਉੱਗਣ ਵਾਲੇ ਬੂਟਿਆਂ ਵਾਂਗ ਹੈ। ਇਸੇ ਤਰ੍ਹਾਂ ਦੇ ਬੂਟਿਆਂ ਨੂੰ ਛਾਂਗਣ ਨਾਲ ਜਿਸ ਤਰ੍ਹਾਂ ਉਹ ਵਧੇਰੇ ਬਲਵਾਨ ਹੁੰਦੇ ਹਨ, ਉਸੇ ਤਰ੍ਹਾਂ ਦੇ ਕੰਮ ਵਿਦਿਆ ਕਰਦੀ ਹੈ। ਵਿਦਿਆ ਦਾ ਉਪਯੋਗ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ, ਇਹ ਗੱਲ ਕੇਵਲ ਪੜ੍ਹਨ ਨਾਲ ਹੀ ਨਹੀਂ ਜਾਣੀ ਜਾ ਸਕਦੀ। ਇਸ ਨੂੰ ਜਾਣਨ ਲਈ ਵਿਦਿਆ ਦੇ ਨਾਲ ਬੁੱਧੀ ਦੀ ਲੋੜ ਵੀ ਪੈਂਦੀ ਹੈ, ਕਿਉਂਕਿ ਵਿਦਿਆ ਦਾ ਵਿਕਾਸ ਅਨੁਭਵ ਨਾਲ ਹੁੰਦਾ ਹੈ। ਇਸ ਲਈ ਉਸ ਨੂੰ ਵਰਤੋਂ ਵਿੱਚ ਲਿਆਉਣ ਲਈ ਅਨੁਭਵ ਪ੍ਰਾਪਤ ਕਰਨਾ ਵੀ ਬਹੁਤ ਜ਼ਰੂਰੀ ਹੈ। ਤਾਂ ਦੋਸਤੋ ਦੇਖੋ ਇਹਦਾ ਜਿਹੜਾ ਉੱਤਰ ਕੀ ਬਣੇਗਾ, ਤਾਂ ਇਹਦੇ ਵਿੱਚ ਮੇਨ ਗੱਲ ਕੀ ਹੋ ਰਹੀ ਹੈ, ਸਿਰਲੇਖ ਕੀ ਬਣੇਗਾ ਇਹਦਾ। ਤਾਂ ਦੋਸਤੋ ਵਿਦਿਆ ਪੜ੍ਹਨਾ, ਠੀਕ ਹੈ ਜੀ, ਸਿੱਖਿਆ ਵਿਦਿਆ ਜੋ ਵੀ ਹੈ, ਠੀਕ ਹੈ ਜੀ, ਵਿਦਿਆ ਪੜ੍ਹਨਾ ਇਹਦਾ ਬਣੇਗਾ। ਤੇ ਸੰਖੇਪ ਰਚਨਾ ਦੋਸਤੋ ਇਹਦੇ ਵਿੱਚੋਂ ਹੀ ਜਿਹੜੀਆਂ 3-4 ਲਾਈਨਾਂ ਹੈਗੀਆਂ ਨੇ ਇਹਦੇ ਵਿੱਚੋਂ ਹੀ ਚੱਕ ਲੈਣੀਆਂ ਹਨ। ਜਿਵੇਂ ਕਿ ਵਿਦਿਆ ਪੜ੍ਹਨ ਨਾਲ ਮਨ ਪ੍ਰਸੰਨ ਹੁੰਦਾ ਹੈ, ਜੋ ਉੱਪਰ ਲਿਖਿਆ ਹੋਇਆ ਸੀਗਾ ਉਹਦੇ ਵਿੱਚ ਜਿਹੜਾ ਤੁਸੀਂ ਕੀ ਸਿੱਖਿਆ ਉਹਦੇ ਵਿੱਚੋਂ, ਜਾਂ ਫਿਰ ਦੋਸਤੋ ਇਹਦੇ ਵਿੱਚ ਹੀ ਕੋਈ ਜਿਹੜੀ ਲਾਈਨਾਂ ਹੋਣਗੀਆਂ ਇਹਦੇ ਵਿੱਚ ਚੱਕ ਕੇ ਲਿਖ ਦਿਓ। ਜਿਵੇਂ ਕਿ ਵਿਦਿਆ ਪੜ੍ਹਨ ਨਾਲ ਮਨ ਪ੍ਰਸੰਨ ਹੁੰਦਾ ਹੈ, ਗੱਲਬਾਤ ਵਿੱਚ ਸਲੀਕਾ ਹੁੰਦਾ ਹੈ ਤੇ ਲਿਆਕਤ ਵੱਧਦੀ ਹੈ। ਇਸ ਨਾਲ ਮਨੁੱਖ ਦੇ ਸੁਭਾਵਿਕ ਗੁਣ ਹੋਰ ਵਿਕਸਿਤ ਹੁੰਦੇ ਹਨ। ਅਨੁਭਵ ਦੇ ਨਾਲ ਵਿਦਿਆ ਦਾ ਅਭਿਆਸ ਪੂਰਨ ਹੁੰਦਾ ਹੈ। ਵਿਦਿਆ ਪੜ੍ਹਨ ਨਾਲ ਕਈ ਨਿਯਮ ਪਤਾ ਲੱਗਦੇ ਹਨ, ਪਰ ਅਨੁਭਵ ਨਾਲ ਇਹਨਾਂ ਦੀ ਯੋਗ ਵਰਤੋਂ ਦਾ ਪਤਾ ਲੱਗਦਾ ਹੈ। ਵਿਦਿਆ ਦੇ ਉਪਯੋਗ ਦਾ ਪਤਾ ਬੁੱਧੀ ਤੇ ਅਨੁਭਵ ਨਾਲ ਹੀ ਲੱਗਦਾ ਹੈ। ਤਾਂ ਦੋਸਤੋ ਇਹ ਹੋ ਗਿਆ। ਤੇ ਅੱਗੇ ਪ੍ਰਸ਼ਨ 6ਵਾਂ, ਇਸ ਪੈਰੇ ਨੂੰ ਪੜ੍ਹ ਕੇ ਹੇਠਾਂ ਲਿਖੇ ਜਿਹੜੇ ਪ੍ਰਸ਼ਨ ਹਨ ਉਹਨਾਂ ਦੇ ਉੱਤਰ ਦੇਣੇ ਹਨ। ਜਿਵੇਂ ਕਿ ਦੇਖ ਸਕਦੇ ਹੋ ਕਿ ਉਪਰੋਕਤ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ। ਤਾਂ ਸਭ ਤੋਂ ਪਹਿਲਾਂ ਆਪਾਂ ਇਹ ਜਿਹੜਾ ਪੈਰਾ ਹੈ ਉਸ ਨੂੰ ਪੜ੍ਹ ਲੈਂਦੇ ਆ। ਤਾਂ ਦੇਖੋ, ਪ੍ਰਸਿੱਧ ਵਿਆਕਰਨਕਾਰ ਪਨੀਨੀ ਜਿਸ ਦੀ ਲਿਖੀ ਹੋਈ ਪੁਸਤਕ ਦਾ ਨਾਂ ਅਸ਼ਟਾਧਿਆਈ ਸੀ, ਸੰਸਕ੍ਰਿਤ ਵਿਆਕਰਨ ਦਾ ਸਭ ਤੋਂ ਵੱਡਾ ਵਿਦਵਾਨ ਮੰਨਿਆ ਜਾਂਦਾ ਹੈ ਅਤੇ ਇਸ ਲਈ ਇਸ ਬਾਰੇ ਆਦਰ ਤੇ ਸਤਿਕਾਰ ਵਜੋਂ ਇਹ ਜਿਹੜਾ ਸੀ। ਤੇ ਉਸ ਤੋਂ ਬਾਅਦ ਦੋਸਤੋ ਕਿਹਾ ਜਾਂਦਾ ਹੈ ਕਿ ਇਸ ਦੀ ਰਚਨਾ ਈਸ਼ਵਰੀ ਗਿਆਨ ਕਾਰਨ ਹੋਈ। ਪ੍ਰਾਚੀਨ ਸਮੇਂ ਪਾਣਿਨੀ ਨੂੰ ਰਿਸ਼ੀ ਮੰਨਿਆ ਜਾਂਦਾ ਸੀ। ਆਧੁਨਿਕ ਸਮੇਂ ਵਿੱਚ ਵੀ ਇਸ ਬਾਰੇ ਪ੍ਰਸਿੱਧ ਹੈ ਕਿ ਪਾਣਿਨੀ ਬਚਪਨ ਵਿੱਚ ਬੜਾ ਹੀ ਮੂਰਖ ਸੀ, ਇਸੇ ਲਈ ਉਸ ਨੂੰ ਪਾਠਸ਼ਾਲਾ ਵਿੱਚੋਂ ਕੱਢ ਦਿੱਤਾ ਗਿਆ ਸੀ। ਪਰ ਸ਼ਿਵ ਜੀ ਦੀ ਕਿਰਪਾ ਨਾਲ ਉਹ ਜਿਹੜਾ ਹੈਗਾ, ਠੀਕ ਹੈ ਜੀ, ਇਹ ਵਿਦਵਾਨ ਪਹਿਲੀ ਸ਼੍ਰੇਣੀ ਵਿੱਚ ਆ ਗਿਆ। ਇਹ ਪਹਿਲਾ ਵਿਆਕਰਨਕਾਰ ਨਹੀਂ ਸੀ, ਕਿਉਂ ਜੋ ਇਹ ਆਪਣੀ ਪੁਸਤਕ ਵਿੱਚ ਕਈ ਵਿਆਕਰਨਕਾਰਾਂ ਦੇ ਨਾਂ ਦੇ ਦਿੰਦਾ ਜਿਹੜੇ ਇਸ ਤੋਂ ਪਹਿਲਾਂ ਹੋ ਚੁੱਕੇ ਸਨ। ਪਾਣਿਨੀ ਤੋਂ ਬਾਅਦ ਜਿਹੜੇ ਵਿਆਕਰਣ ਲਿਖੇ ਗਏ ਹਨ ਉਹਨਾਂ ਦੀ ਗਿਣਤੀ ਕਾਫੀ ਵੱਡੀ ਹੈ। ਭਾਵੇਂ ਉਹਨਾਂ ਵਿੱਚੋਂ ਕਈ ਬਹੁਤ ਹੀ ਸ੍ਰੇਸ਼ਟ ਤੇ ਬਹੁਤ ਹੀ ਵਰਤੋਂ ਵਿੱਚ ਆਉਂਦੇ ਹਨ, ਪਰ ਪਾਣਿਨੀ ਦੁਆਰਾ ਬਣਾਏ ਹੋਏ ਨਿਯਮ ਅਜੇ ਵੀ ਸਰਵਉੱਚ ਅਤੇ ਨਿਰਬਾਧ
ਹਨ। ਉਪਰੋਕਤ ਹੁਣ ਜਿਹੜਾ ਤੁਸੀਂ ਪਹਿਰਾਵਾ ਪੜ੍ਹ ਲਿਆ ਤਾਂ ਹੁਣ ਆਨਸਰ ਦੇਖਦੇ ਆ ਇਹਨਾਂ ਦੇ। ਪਾਣਿਨੀ ਦੀ ਪ੍ਰਸਿੱਧੀ ਕਿਹੜੀ ਗੱਲੋਂ ਹੋਈ ਹੈ? ਤਾਂ ਪਾਣਿਨੀ ਦੀ ਪ੍ਰਸਿੱਧੀ ਸੰਸਕ੍ਰਿਤ ਦਾ ਵਿਆਕਰਨ ਦਾ ਸਭ ਤੋਂ ਵੱਡਾ ਵਿਦਵਾਨ ਹੋਣ ਕਰਕੇ ਹੋਈ ਹੈ। ਦੂਸਰਾ ਪ੍ਰਸ਼ਨ ਕੀ ਹੈ? ਪਾਣਿਨੀ ਦੀ ਰਚਨਾ ਨੂੰ ਈਸ਼ਵਰੀ ਗਿਆਨ ਕਾਰਨ ਹੋਈ ਕਿਉਂ ਆਖਿਆ ਜਾਂਦਾ ਹੈ? ਤਾਂ ਇਹਦਾ ਜਿਹੜਾ ਆਨਸਰ ਹੈ ਕੀ ਹੈ? ਪਾਣਿਨੀ ਦੀ ਰਚਨਾ ਨੂੰ ਈਸ਼ਵਰੀ ਗਿਆਨ ਕਾਰਨ ਹੋਈ ਇਸ ਕਰਕੇ ਮੰਨਿਆ ਜਾਂਦਾ ਹੈ ਕਿਉਂਕਿ ਉਸ ਬਾਰੇ ਇਹ ਪ੍ਰਸਿੱਧ ਹੈ ਕਿ ਉਸ ਨੂੰ ਇਸ ਪੁਸਤਕ ਸੰਬੰਧੀ ਗਿਆਨ ਸ਼ਿਵਜੀ ਤੋਂ ਪ੍ਰਾਪਤ ਹੋਇਆ ਸੀ। ਤੇ ਹੁਣ ਅਗਲਾ ਪ੍ਰਸ਼ਨ ਦੇਖ ਲਓ ਇੱਥੇ ਕੀ ਹੈ? ਕਿਹੜੀ ਗੱਲੋਂ ਪਤਾ ਲੱਗਦਾ ਹੈ ਕਿ ਪਾਣਿਨੀ ਪਹਿਲਾ ਵਿਆਕਰਣਕਾਰ ਨਹੀਂ ਸੀ? ਤੀਸਰਾ ਦਾ ਆਨਸਰ ਕੀ ਹੈ? ਪਾਣਿਨੀ ਆਪਣੀ ਪੁਸਤਕ ਵਿੱਚ ਕਈ ਵਿਆਕਰਣਕਾਰਾਂ ਦੇ ਨਾਂ ਲਿਖਦਾ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਪਹਿਲਾ ਵਿਆਕਰਣਕਾਰ ਨਹੀਂ ਸੀ। ਤੇ ਹੁਣ ਪ੍ਰਸ਼ਨ 7ਵਾਂ, ਹੇਠ ਦਿੱਤੇ ਮੁਹਾਵਰਿਆਂ ਚੋਂ 3 ਨੂੰ ਇਸ ਤਰ੍ਹਾਂ ਵਾਕਾਂ ਵਿੱਚ ਵਰਤੋ ਕਿ ਅਰਥ ਸਪਸ਼ਟ ਹੋ ਜਾਣ। ਤਾਂ ਦੇਖੋ ਕਿਹੜਾ ਕਿਹੜਾ ਹੈ? 9 ਮਾਸ ਦਾ ਰਿਸ਼ਤਾ ਹੋਣਾ, ਪੱਲਾ ਝਾੜਨਾ, ਫੁੱਲੇ ਨਾ ਸਮਾਉਣਾ, बेड़ा पार करना, रंग उड़ जाना। तो देखो सब तो पहला 9 मास का रिश्ता होना की है? भारत विच हिंदुओं ते सिखां दा 9 मास का रिश्ता है जिसनूं कोई तोड़ नहीं सकता। तो हुण पल्ला झाड़ना, शाम लाल घर दियां जिम्मेवारियां तो पल्ला झाड़ के साधु बन गया। तो फुल्ले ना समाउणा, जदों संदीप नूं पता लगा कि उस दे मामा जी अमरीका तो आ रहे हैं तो वह खुशी विच फुल्ली नहीं सी समा रही। प्रश्न 8वां, हेठ दिते वाकां विचों किसे 2 वाकां दे विश्राम चिन्ह लगाओ, यानी कि इस तरह के विश्राम चिन्ह ला के तुसीं इन्हां दे आंसर देने हैं। जिवें कि इहदे विच अच्छा तां तेरे माता जी MA हैं, तो इहदे विच आ देख सकते हो कि ऊड़े का आंसर दिता है कि अच्छा, तो उस तो बाद आह जिहड़ा विश्राम चिन्ह लाया वा तां तेरे माता जी MA हैं, इस तरह के विश्राम चिन्ह लाने हैं। तो इस तरह हैगा रोटी तुक तैयार करन विच होर कितना समा लगेगा? जिवें कि आ देख सकते हो कि रोटी तुक तैयार करने विच होर कितना समा लगेगा, जिवें कि क्वेश्चन मार्क पाया होया वा। बाकी आह जिहड़े 2 रह गए ने, ये तुसीं खुद करने आ, इन्हां दे आंसर साडे कोल नहीं हैगे। यह प्रश्न 9वां, हेठ दिते वाकां विचों किसे एक दे लिंग अते वचन बदल के 2 ਵੱਖਰੇ ਵੱਖਰੇ वाक बनाओ, यानी कि ਇਹਦਾ भी लिंग अते वचन बदल के बनाओ तो ਇਹਦਾ भी लिंग अते वचन बदल के ਜਿਹੜਾ ਹੈਗਾ बनाओ। तो ਇਹਦੇ ਵਿੱਚ ਜਿਹੜਾ आंसर है ऊड़े वाले ਦਾ ਦਿੱਤਾ ਹੋਇਆ ਵਾ, ਤਾਂ ऊड़े ਦਾ आंसर देखो लिंग बदल के की आएगा। तो देखो राजकुमार अपने मित्र दर्जी नाई ते तरखान नूं नाल लैके यात्रा ते चल पिया। ਇਹਦਾ ਹੁਣ लिंग बदलो की आएगा? देख सकते हो कि राजकुमार ही अपनी सहेलियां दर्जन नायन ते तरखानी नूं नाल लैके यात्रा ते चल पई। तो ਇਹਦਾ वचन बदलो की आएगा? राजकुमार अपने मित्रां दर्जियां नाइयां ते तरखाना नूं नाल लैके यात्रावां ते चले पए। ठीक है जी, आह जिहड़ा चल पए। ਤਾਂ ਇੱਥੇ ਹੀ ਦੋਸਤੋ ਇਹ ਤੁਹਾਡਾ ਜਿਹੜਾ ਸੈਂਪਲ ਪੇਪਰ ਸੀਗਾ ਕੰਪਲੀਟ ਹੋ ਗਿਆ ਵਾ। ਤਾਂ ਦੋਸਤੋ ਕਈ ਵਾਰੀ ਵਿਦਿਆਰਥੀ ਜਿਹੜੇ ਕਮੈਂਟ ਕਰਦੇ ਆ ਕਿ ਸਰ ਸਾਨੂੰ ਇਹ ਪੇਪਰ ਦੇ ਵਿੱਚ ਤਾਂ ਪੁੱਛਿਆ ਨਹੀਂ ਗਿਆ, ਤਾਂ ਮੈਂ ਉਹਨਾਂ ਵਿਦਿਆਰਥੀਆਂ ਨੂੰ ਦੱਸ ਦੇਣਾ ਚਾਹੁੰਦਾ ਕਿ ਇਹ ਸੈਂਪਲ ਪੇਪਰ ਹੈ ਜੋ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਜਾਰੀ ਕੀਤਾ ਗਿਆ ਹੈ, ਇਹ ਰੀਅਲ ਪੇਪਰ ਨਹੀਂ ਹੈ। ਠੀਕ ਹੈ ਜੀ, ਕਈ ਵਾਰੀ ਵਿਦਿਆਰਥੀ ਕਮੈਂਟ ਕਰਦੇ ਆ ਕਿ ਫੇਕ ਪੇਪਰ। ਤਾਂ ਦੋਸਤੋ ਇੰਪੋਰਟੈਂਟ ਕੁਐਸਚਨ ਆਨਸਰ ਨੇ, ਨਾਟ ਰੀਅਲ ਪੇਪਰ। ਬੋਰਡ ਦੇ ਪੇਪਰ ਕਦੇ ਵੀ ਲੀਕ ਨਹੀਂ ਹੁੰਦੇ, ਇੰਪੋਰਟੈਂਟ ਨੇ, ਆ ਵੀ ਸਕਦੇ ਆ ਨਹੀਂ ਵੀ ਆ ਸਕਦੇ ਆ, ਬਟ ਇਹ ਮੋਸਟਲੀ ਚਾਂਸ ਹੁੰਦੇ ਆ ਕਿ ਆਣ। तो इस तो इलावा जो है ਤੁਹਾਨੂੰ मैं कराया वा, इस तो इलावा होर जो विद्यार्थी तैयारी करना चाहते हैं तो ये साडे कोल ਜਿਹੜੇ मॉडल टेस्ट पेपर हैं, न्यू स्टाइल मॉडल टेस्ट पेपर जो कि बहुत ही ज़्यादा इंपॉर्टेंट हैं। तो ये दोस्तों हाँ पेपर ए दा है, तो यह देख लो दोस्तों पेपर बी का, तो इन्हों के आंसर साडे कोल अवेलेबल नहीं है। अगर जिन्होंने कोल होणगे तो तुसीं मैनूं इंस्टाग्राम पर भेज दिओ, जिवें कि देख सकते हो कि वस्तुनिष्ठ प्रश्न दिते हुए हैं। ठीक है, तो यह दोस्तों तुसीं देख लो जो कि वेरी इंपॉर्टेंट क्वेश्चन आंसर हैं। ठीक है जी, इन्हों के आंसर तुसीं खुद ही जिहड़े हैगे लभने अपनी गाइड दे विचों या अपनी जिहड़े हैगे जिहड़ा भी तुहाडे कोल पिया वा बुक गाइड कुछ भी है। ठीक है, तो इसका स्क्रीनशॉट ले लो दोस्तों, तो यह जो इंपॉर्टेंट क्वेश्चन आंसर हैं तुहाडे, तो इस तरह ये दोस्तों ये दिते हुए हैं, आ देख सकते हो। ठीक है दोस्तों, तो यह फिर दोस्तों तुहाडा इत्थे आ जाएगा पेपर ए दा, पेपर ए तुहाडा हो चुकिया वा। तो आपां हुण पेपर बी देखते हैं इत्थे, तो आ रहा तुहाडा पेपर बी। तो इस तरह दोस्तों ये सैंपल पेपर दिते हुए हैं, जिवें कि आ देख लो पहला प्रश्न, दूसरा प्रश्न। ठीक है, इस तरह ये जिहड़े तुहाडे दिते हुए हैं, तीसरा प्रश्न, चौथा प्रश्न, पंजवां प्रश्न। ठीक है, तो उपर तुहाडा ये लेख दिता होया वा, इत्थे एप्लीकेशन दी हुई है, तो फिर तुहाडा संखेप रचना, फिर पैरे नूं पढ़ के जिहड़ा आंसर देना वा तुसीं, तो फिर आह व्याकरण के जिहड़े प्रश्न दिते हुए हैं। इसी तरह दोस्तों ये 4-5 मॉडल टेस्ट पेपर दिते हुए हैं। तो हो सकेगा दोस्तों इसका जिहड़ा लिंक है तुहानूं मैं डिस्क्रिप्शन बॉक्स के प्रोवाइड करवा दूंगा, तुसीं उत्थों इसनूं डाउनलोड कर लिओ जिहड़ा ये तुहाडा दिता होया वा मॉडल टेस्ट पेपर। ठीक है, तो इसनूं तुसीं डाउनलोड कर लिओ, लिंक मैं डिस्क्रिप्शन बॉक्स के पा दिना, तुसीं इत्थों इसदी तैयारी कर लिओ, 5 मॉडल टेस्ट पेपर होणगे ये। ओके दोस्तों, चलो ठीक है जी। बाकी और जो साडे कोल शांति गैस पेपर या कोई होर गैस पेपर आता है तो तुहानूं वो तो भी रिवीजन। बाकी दोस्तों अपना टैलीग्राम चैनल बनया हुआ है, अगर तुसीं टैलीग्राम चैनल ज्वाइन नहीं किया तो ज्वाइन कर लो। टैलीग्राम पर जाके मैमोरियल जनरेशन PSB लिखियो, उत्थे आ जाऊगा, उसनूं ज्वाइन कर लिओ। इंपॉर्टेंट वीडियोज़ के लिंक असीं उत्थे ही प्रोवाइड करवा दिंदे हुंदे आ तुहाडे।